ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨਾ। ਸਿਮਰੋ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ, ਹਿਰਦੈ ਨਿਤ ਧਿਆਉ। ਗੁਰ ਰਾਮਦਾਸ ਗੁਣ ਗਾਉ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਨਾਮ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼, ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਏਕ ਓੰਕਾਰਾ ਸਤਿਗੁਰੂ
ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਣ ਸੋਏ। ਵਾਹਿਗੁਰੂ ਜੀ। ਭਈ ਪ੍ਰਾਤ ਸੂਰਜ ਜਬ ਨਿਕਸੈ। ਕਮਲ ਬਿਲੋਚਨ ਸੁੰਦਰ ਬਿਕਸੈ। ਪ੍ਰਥਮ ਦ੍ਰਿਸ਼ਟ ਜਿਸ ਪਰ ਤਬ ਪਰੈ। ਰੋਗੇ ਰੋਗ ਦੁਖੇ ਦੁਖ ਹਰੈ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨ ਆਪ ਜੀ ਵੱਡੇ ਭਾਗਾਂ ਵਾਲੇ ਹੋ। ਜੋ ਸਤਿਕਾਰਯੋਗ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸੰਗ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ। ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਈ ਪ੍ਰਾਤ ਸੂਰਜ ਜਬ ਨਿਕਸੈ। ਕਮਲ ਬਿਲੋਚਨ ਸੁੰਦਰ ਬਿਕਸੈ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਖਡੂਰ ਸਾਹਿਬ ਜੀ ਦੀ ਉਸ ਪਾਵਨ ਧਰਤੀ 'ਤੇ ਨਿੱਤ ਦੀ ਕਿਰਿਆ ਅਨੁਸਾਰ ਪੈਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠਦੇ ਨੇ। ਸਭ ਤੋਂ ਪਹਿਲਾਂ ਹੱਥ ਧੋ ਕੇ ਮੂੰਹ ਧੋ ਕੇ ਸਤਿਗੁਰੂ ਜੀ ਦਾਤਨ ਕੁਰਲਾ ਕਰਕੇ ਸੋਚ ਇਸ਼ਨਾਨ ਜਾ ਕੇ ਇਸ਼ਨਾਨ ਕਰਕੇ ਫਿਰ ਆਪਣੇ ਨੇਮ ਦੇ ਵਿੱਚ ਜੁੜਦੇ ਨੇ। ਆਪਣੇ ਨਿੱਜੀ ਸਰੂਪ ਵਿੱਚ ਜੁੜ ਕੇ ਜਿਤਨਾ ਨੇਮ ਹੈ ਉਹਨੂੰ ਨਿਭਾਉਂਦੇ ਨੇ। ਔਰ ਅੱਗੇ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਫਿਰ ਜਦੋਂ ਸੂਰਜ ਚੜ੍ਹਨ ਲੱਗਦਾ ਹੈ ਦਿਨ ਦਾ ਚੜ੍ਹਾ ਹੁੰਦਾ ਹੈ। ਭਈ ਪ੍ਰਾਤ ਸੂਰਜ ਜਬ ਨਿਕਸੈ। ਕਮਲ ਬਿਲੋਚਨ ਸੁੰਦਰ ਬਿਕਸੈ। ਤੇ ਸੂਰਜ ਨਿਕਲਦਾ ਜਦੋਂ ਸਮਾਂ ਹੁੰਦਾ ਹੈ ਤੇ ਜਿਵੇਂ ਸੂਰਜ ਨਿਕਲਣ ਦੇ ਨਾਲ ਫੁੱਲ ਖਿੜਦੇ ਨੇ ਇਸੇ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਜਦੋਂ ਆਪਣੇ ਨੇਤਰ ਖੋਲ੍ਹਦੇ ਨੇ ਤੇ ਕਵੀ ਰਾਜ ਕਹਿੰਦੇ ਨੇ ਉਹ ਨੇਤਰ ਵੀ ਇਸ ਤਰ੍ਹਾਂ ਹੈ ਕਿ ਜਿਵੇਂ ਉਹਨਾਂ ਫੁੱਲਾਂ ਦੀ ਤਰ੍ਹਾਂ ਅੰਦਰ ਖੇੜਾ ਹੈ। ਪ੍ਰਥਮ ਦ੍ਰਿਸ਼ਟ ਜਿਸ ਪਰ ਤਬ ਪਰੈ। ਰੋਗੇ ਰੋਗ ਦੁਖੇ ਦੁਖ ਹਰੈ। ਤੋ ਉਹ ਨੇਮ ਤੋਂ ਬਾਅਦ ਜਦੋਂ ਨੇਤਰ ਖੋਲ੍ਹ ਕੇ ਬਾਹਰ ਨਿਕਲਦੇ ਨੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਭ ਤੋਂ ਪਹਿਲੀ ਦ੍ਰਿਸ਼ਟੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਜਿੰਦੇ 'ਤੇ ਵੀ ਪੈਂਦੀ ਹੋ ਭਾਵੇਂ ਉਹਨੂੰ ਕਿੰਨਾ ਵੀ ਰੋਗ ਹੋਵੇ ਕਿਸੇ ਵੀ ਤਰ੍ਹਾਂ ਦਾ ਰੋਗ ਹੋਵੇ ਉਸ ਰੋਗੇ ਦਾ ਰੋਗ ਦੂਰ ਹੋ ਜਾਂਦਾ ਸੀ। ਆਦ ਬਿਆਦ ਬਾਧਾ ਜੋ ਪਾਵੈ। ਜਾਣ ਸਮੋ ਆਗੇ ਚਲੇ ਆਵੈ। ਕਿ ਭਾਵੇਂ ਕਿਸੇ ਦਾ ਮਨ ਦਾ ਰੋਗ ਸੀ ਜਾਂ ਅਧਿਆਤਮਿਕ ਰੋਗ ਸੀ। ਆਦ ਜਿਹੜਾ ਹੈ ਮਨ ਦਾ ਰੋਗ ਜਾਂ ਅਧਿਆਤਮਿਕ ਰੋਗ ਤੇ ਬਿਆਦ ਜਿਹੜੇ ਸਰੀਰ ਦੇ ਰੋਗ ਨੇ। ਭਾਵੇਂ ਆਦ ਹੋਵੇ ਭਾਵੇਂ ਬਿਆਦ ਹੋਵੇ ਤੇ ਭਾਵੇਂ ਉਪਾਦ ਹੋਵੇ ਕਿਸੇ ਵੀ ਤਰ੍ਹਾਂ ਦਾ ਰੋਗ ਹੋਵੇ ਜਿਨ੍ਹਾਂ ਨੂੰ ਭਰਮ ਭੁਲੇਖੇ ਪੈਂਦੇ ਨੇ ਵੀ ਤੇ ਇੱਕ ਰੋਗ ਹੀ ਹੈ ਨਾ ਜੀ। ਉਹ ਜਿਹੜਾ ਵੀ ਰੋਗ ਹੈ ਤਿੰਨੇ ਤਾਪਾਂ ਦੇ ਵਿੱਚੋਂ ਉਹ ਦੁਖੀ ਜਿਹੜਾ ਵੀ ਹੁੰਦਾ ਸੀ ਜਾਣ ਸਮੂਹ ਆਗੇ ਚੱਲੇ ਆਵੇ। ਉਹ ਗੁਰੂ ਸਾਹਿਬ ਜੀ ਨੂੰ ਇਹ ਜਾਣ ਕੇ ਕਿ ਹੁਣ ਗੁਰੂ ਸਾਹਿਬ ਦੇ ਨੇਤਰ ਖੋਲ੍ਹਣ ਦਾ ਸਮਾਂ ਹੋ ਗਿਆ ਬਾਹਰ ਆਉਣਾ ਹੈ
ਉਹ ਅੱਗੇ ਜਾਣ ਬੁੱਝ ਕੇ ਹੁੰਦਾ ਹੈ ਕਿ ਗੁਰੂ ਸਾਹਿਬ ਦੀ ਦ੍ਰਿਸ਼ਟੀ ਮੇਰੇ ਉੱਤੇ ਪਵੇ। ਵਿਆਕੁਲ ਹੋਏ ਪੀਰ ਤੇ ਜਈ, ਦ੍ਰਿਸ਼ਟ ਪਰੇ ਸੁਖ ਪਾਵੈ ਤੇਈ। ਕਈ ਐਸੇ ਰੋਗੀ ਸਨ ਜਿਨ੍ਹਾਂ ਨੂੰ ਸਰੀਰ ਦੇ ਵਿੱਚ ਪੀੜਾਂ ਵੀ ਬਹੁਤ ਹੁੰਦੀਆਂ ਸਨ, ਪੀੜਾਂ ਦੇ ਨਾਲ ਵਿਆਕੁਲ ਹੋਏ ਹੁੰਦੇ ਸਨ, ਤੇ ਗੁਰੂ ਸਾਹਿਬ ਦੇ ਸਾਹਮਣੇ ਆ ਕੇ ਖਲੋਣਾ, ਜਦੋਂ ਸਤਿਗੁਰੂ ਜੀ ਦੀ ਪਹਿਲੀ ਨਜ਼ਰ ਪੈਣੀ, ਉਹ ਹਾਏ ਹਾਏ ਕਰਦੇ ਹੋਏ ਕਰਲਾਉਂਦੇ ਹੋਏ ਰੋਗੀ ਵੀ ਠੀਕ ਹੋ ਜਾਣੇ। ਭਏ ਜਗਤ ਮੈਂ ਬੇਦਤ ਸੋ ਬਾਤੇ, ਆਏ ਅਨੇਕ ਖਰੈ ਹੋਏ ਪ੍ਰਾਂਤੀ। ਗੁਰੂ ਸਾਹਿਬ ਜੀ ਦੇ ਮਿਹਰ ਦੀ ਨਿਗਾਹ ਤੇ ਵੈਸੇ ਹੀ ਹੋ ਜੇ ਤੇ ਇਹ ਤਿੰਨੇ ਰੋਗ ਦੂਰ ਹੋ ਜਾਂਦੇ ਨੇ। ਪਰ ਇਹ ਗੱਲ ਜਿਹੜੀ ਪ੍ਰਚਲਿਤ ਹੋ ਗਈ ਸਾਰੇ ਸਿੱਖ ਜਗਤ ਵਿੱਚ, ਸਾਰੇ ਹਿੰਦੂ ਕੀ ਤੁਰਕ ਕੀ ਸਭ ਦੇ ਵਿੱਚ, ਖਡੂਰ ਸਾਹਿਬ ਦੇ ਨੇੜੇ ਨੇੜੇ ਤੇ ਸਭ ਪਾਸੇ ਪ੍ਰਚਲਿਤ ਹੋ ਗਈ ਕਿ ਧੰਨ ਗੁਰੂ ਅੰਗਦ ਦੇਵ ਜੀ ਜਦੋਂ ਪਹਿਲੀ ਨਜ਼ਰ ਮਾਰਦੇ ਨੇ, ਪਹਿਲੀ ਵਾਰ ਨੇਤਰ ਖੋਲ੍ਹਦੇ ਨੇ ਅੰਮ੍ਰਿਤ ਵੇਲੇ, ਦਿਨ ਦੇ ਚੜ੍ਹਾਅ ਸਮੇਂ, ਤੇ ਜਿੰਦੇ ਵੱਲ ਵੇਖਦੇ ਨੇ ਉਹਦਾ ਹਰ ਤਰ੍ਹਾਂ ਦਾ ਰੋਗ ਕੱਟਿਆ ਜਾਂਦਾ ਜੀ। ਸੰਕਟ ਨਸ਼ਟੇ ਸਦਨ ਸਿਧਾਰੇ, ਜਹ ਕਹਿ ਸ੍ਰੀ ਗੁਰ ਜਸ ਵਿਸਤਾਰੇ। ਤੇ ਜਿਨ੍ਹਾਂ ਦੇ ਸੰਕਟ ਦੂਰ ਹੁੰਦੇ ਨੇ, ਘਰ ਨੂੰ ਤੇ ਜਾਂਦੇ ਹੀ ਨੇ, ਉਹ ਘਰ ਨੂੰ ਜਾਂਦਿਆਂ ਰਾਹ ਵਿੱਚ ਜਿੱਥੇ ਕਿਤੇ ਗੁਰੂ ਸਾਹਿਬ ਦੀ ਵਡਿਆਈ ਕਰਦੇ ਜਾਂਦੇ ਨੇ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਬੜੀ ਕਿਰਪਾ ਕਰਦੇ ਜੇ। ਉਹ ਰੋਗੀਆਂ ਦੇ ਰੋਗ ਦੂਰ ਕਰ ਦਿੰਦੇ ਨੇ ਪਹਿਲੀ ਨਜ਼ਰ ਜਿਨ੍ਹਾਂ ਤੇ ਪੈ ਜੇ। ਬਹੁਰ ਰਵਾਬੇ ਕੀਰਤਨ ਗਾਵੇਂ, ਸੁਣੈ ਬੀਚ ਸੰਗਤ ਹਰ ਖਾਵੇਂ। ਫਿਰ ਉਸ ਤੋਂ ਬਾਅਦ ਜਦੋਂ ਸੂਰਜ ਨਿਕਲਣ ਲੱਗਦਾ ਹੈ, ਉਸ ਵੇਲੇ ਰਾਗੀ ਰਵਾਬੀ ਸਿੰਘ ਜਿਹੜੇ ਨੇ ਉਹ ਕੀਰਤਨ ਗਾਉਂਦੇ ਨੇ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਸੰਗਤ ਦੇ ਵਿੱਚ ਬੈਠ ਕੇ ਉਸ ਕੀਰਤਨ ਨੂੰ ਸੁਣਦੇ ਨੇ, ਬੜੇ ਪ੍ਰਸੰਨ ਹੁੰਦੇ ਨੇ। ਸੰਗਤਾਂ ਬੜੀਆਂ ਪ੍ਰਸੰਨ ਹੁੰਦੀਆਂ ਨੇ ਕਿ ਰਾਗਾਂ ਦੇ ਵਿੱਚ, ਮਿੱਠੇ ਸੁਰ ਦੇ ਵਿੱਚ ਰਾਗੀ ਰਵਾਬੀ ਜਿਹੜੇ ਨੇ ਕੀਰਤਨ ਕਰਦੇ ਨੇ। ਬੈਠੇ ਰਹੇ ਸਿੰਘਾਸਨ ਫੇਰ, ਸਿੱਖ ਸੰਗਤ ਸਭ ਦਰਸ਼ਨ ਹੇਰ। ਆਸਾ ਕੀ ਵਾਰ ਦੇ ਕੀਰਤਨ ਦੀ ਸਮਾਪਤੀ ਹੋ ਜਾਂਦੀ ਹੈ ਔਰ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਫਿਰ ਵੀ ਸਿੰਘਾਸਨ 'ਤੇ ਬੈਠੇ ਰਹਿੰਦੇ ਨੇ। ਸਿੱਖ ਸੰਗਤਾਂ ਆਉਂਦੀਆਂ ਨੇ, ਦਰਸ਼ਨ ਕਰਦੀਆਂ ਨੇ। ਦੋਹਰਾ ਸ੍ਰੀ ਗੁਰੂ ਨਾਨਕ ਕੀ ਸਦਾ ਚਰਚਾ ਕਰਤ ਉਧਾਰ। ਤੇ ਉਸ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੀਵਨ ਦੀ ਜਿਹੜੀ ਚਰਚਾ ਹੈ ਉਹ ਵਿਸ਼ੇਸ਼ ਰੂਪ ਦੇ ਵਿੱਚ ਕਰਦੇ ਹੁੰਦੇ ਸਨ ਭਾਈ ਬਾਲਾ ਜੀ ਦੇ ਨਾਲ। ਭਾਈ ਬਾਲਾ ਜੀ ਨੇ ਸਵੇਰੇ ਵੀ ਤੇ ਸ਼ਾਮੇ ਵੀ ਸਤਿਗੁਰੂ ਜੀ ਦੇ ਉਹ ਪ੍ਰਸੰਗ ਸੁਣਾਉਣੇ। ਜਥਾ ਚਰਿੱਤਰ ਪਵਿੱਤਰ ਬਹੁ ਜਗ ਬਚਿੱਤਰ ਵਿਸਥਾਰ। ਕਿ ਜਿਵੇਂ ਦੇ ਪਵਿੱਤਰ ਚਰਿੱਤਰ ਸਨ ਸਤਿਗੁਰੂ ਜੀ ਦੇ, ਔਰ ਬੜੇ ਹੀ ਚਰਿੱਤਰ ਵੀ ਜਿਹੜੇ ਨੇ ਬੜੇ ਵਿਚਿੱਤਰ ਸਨ, ਅਨੋਖੇ ਸਨ। ਅਪਰ ਨ ਚਰਚਾ ਕੋਈ ਹੋਏ, ਜਗ ਕਾਰਜ ਕੇ ਜੇਤਕ ਜੋਏ। ਹੋਰ ਕਿਸੇ ਤਰ੍ਹਾਂ ਦੀ ਕੋਈ ਚਰਚਾ ਨਹੀਂ ਸੀ ਹੁੰਦੀ। ਆਸਾ ਕੀ ਵਾਰ ਦੇ ਭੋਗ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਇਤਿਹਾਸ ਹੀ ਚੱਲਦਾ ਸੀ, ਗੁਰੂ ਸਾਹਿਬ ਦੇ ਚਰਚੇ ਹੀ ਚੱਲਦੇ ਸਨ। ਸੂਪਕਾਰ ਕਰ ਤਿਆਰ ਆਹਾਰੂ, ਸਭ ਰਸ ਪਾਕੇ ਸਵਾਦ ਉਧਾਰੂ। ਹੋਰ ਕਿਸੇ ਤਰ੍ਹਾਂ ਦੇ ਕੰਮ ਕਰਦੇ ਵੀ ਕੋਈ ਚਰਚਾ ਗੁਰੂ ਸਾਹਿਬ ਜੀ ਨਾਲ ਨਹੀਂ ਸਨ ਕਰਦੇ, ਨਾ ਗੁਰੂ ਸਾਹਿਬ ਜੀ ਕਿਸੇ ਨਾਲ ਕਰਦੇ ਸਨ। ਚੜ੍ਹਤ ਆਉਂਦੀ ਹੈ, ਸੇਵਾਦਾਰ ਸੇਵਕ ਸੰਭਾਲਦੇ ਨੇ, ਰਸੋਈਏ ਜਿਹੜੇ ਨੇ ਉਹ ਲੰਗਰ ਤਿਆਰ ਕਰਦੇ ਨੇ, ਔਰ ਬੜੇ ਰਸੀਲੇ ਸਵਾਦੀ ਪ੍ਰਸ਼ਾਦੇ ਜਦੋਂ ਤਿਆਰ ਹੋ ਜਾਂਦੇ ਨੇ। ਜਬ ਸੁਧ ਦੇਹ ਆਣ ਕਰ ਸੋਈ, ਸ੍ਰੀ ਗੁਰੂ ਜੀ ਭਈ ਪਾਕ ਰਸੋਈ। ਤੇ ਸੂਪਕਾਰ ਰਸੋਈਏ ਜਦੋਂ ਆ ਕੇ ਫਿਰ ਖਬਰ ਦਿੰਦੇ ਨੇ ਕਿ ਹੇ ਸਤਿਗੁਰੂ ਜੀ ਰਸੋਈ ਤਿਆਰ ਹੋ ਗਈ ਹੈ, ਲੰਗਰ ਤਿਆਰ ਹੋ ਗਿਆ ਹੈ। ਉਠ ਕਿਰਪਾਲ ਤੇ ਸੰਗ ਸਿਧਾਰੈ, ਸਖਾ ਸਿੱਖ ਸੇਵਕ ਲੈ ਸਾਰੈ। ਫਿਰ ਕਿਰਪਾਲੂ ਸਤਿਗੁਰੂ ਜੀ ਆਪ ਉੱਠ ਕੇ ਜਿੱਥੇ ਲੰਗਰ ਹੁੰਦਾ ਰਸੋਈ ਵਾਲੇ ਪਾਸੇ ਨੂੰ ਜਾਂਦੇ ਨੇ, ਔਰ ਆਪਣੇ ਨਾਲ ਸਾਰੇ ਸਿੱਖ ਸੇਵਕ ਜਿਹੜੇ ਨੇ ਉਹਨਾਂ ਨੂੰ ਨਾਲ ਲੈਂਦੇ ਨੇ। ਆਓ ਭਾਈ ਲੰਗਰ ਛਕੀਏ।
ਚਤੁਰ ਬਰਨ ਤਹਿ ਸੰਸਰ ਬੈਸੇ, ਜੈਸੇ ਰੰਕ ਰਾਵ ਪੀ ਤੈਸੇ। ਉੱਥੇ ਚਾਰੇ ਵਰਨ ਇੱਕੋ ਹੀ ਪੰਕਤ ਵਿੱਚ ਬੈਠਦੇ ਨੇ, ਚਾਹੇ ਕੋਈ ਬ੍ਰਾਹਮਣ ਹੈ, ਖੱਤਰੀ ਹੈ, ਸ਼ੂਦਰ ਹੈ, ਲੋਕਾਂ ਦੇ ਹਿਸਾਬ ਨਾਲ, ਚਾਹੇ ਕੋਈ ਵੈਸ ਹੈ। ਗੁਰੂ ਸਾਹਿਬ ਦਾ ਹੁਕਮ ਹੈ ਇੱਕੋ ਪੰਕਤ ਵਿੱਚ ਬੈਠਣਾ ਹੈ, ਚਾਹੇ ਕੋਈ ਰਾਜਾ ਹੈ, ਚਾਹੇ ਰੰਕ ਹੈ। ਮਾਟੀ ਕੇ ਬਾਸਣ ਹੋਈ ਸਾਰੇ, ਪੱਤਰਣ ਮਹਿ ਅੱਜ ਲੇਹ ਆਹਾਰੇ। ਕਿਉਂਕਿ ਭਾਂਡੇ ਉਦੋਂ ਤਕਰੀਬਨ ਮਿੱਟੀ ਦੇ ਹੁੰਦੇ ਸਨ ਜਾਂ ਫਿਰ ਪੱਤਲਾ ਹੁੰਦੀਆਂ ਸਨ। ਉਹ ਮਿੱਟੀ ਦੇ ਭਾਂਡੇ ਜਾਂ ਪੱਤਲਾ ਅੱਗੇ ਰੱਖਦੇ ਨੇ, ਭੋਜਨ ਸੇਵਕ ਪਰੋਸਦੇ ਨੇ, ਉਹਨਾਂ ਵਿੱਚ ਸਾਰੇ ਛਕਦੇ ਨੇ। ਜੋ ਚੌਂਕੇ ਮਹਿ ਅਚੇ ਰਸੋਈ, ਗੁਰੂ ਸਮੀਪ ਜਾਏ ਨਹਿ ਸੋਈ। ਤੇ ਜਿਹੜਾ ਚੌਂਕੇ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ ਸੀ ਰਸੋਈ ਦੇ ਵਿੱਚ, ਫਿਰ ਉਹ ਗੁਰੂ ਸਾਹਿਬ ਦੇ ਪਾਸ ਨਹੀਂ ਸੀ ਜਾਂਦਾ, ਗੁਰੂ ਸਾਹਿਬ ਦੇ ਕੋਲ ਨਹੀਂ ਸੀ ਜਾਂਦਾ। ਕਿਉਂ? ਪੰਗਤ ਵਿੱਚ ਬੈਠ ਗੁਰ ਖਾਹੇ, ਏਕ ਸਮਾਨ ਅਸਨ ਅਚਵਾਵਹਿ। ਕਿਉਂਕਿ ਗੁਰੂ ਸਾਹਿਬ ਦਾ ਹੁਕਮ ਸੀ ਪਰ ਰਸੋਈ ਵਿੱਚ ਬੈਠ ਕੇ ਜਾਂ ਪੰਗਤ ਤੋਂ ਅੱਡ ਕਿਸੇ ਨੇ ਪ੍ਰਸ਼ਾਦਾ ਨਹੀਂ ਛਕਣਾ। ਗੁਰੂ ਸਾਹਿਬ ਜੀ ਆਪ ਪੰਗਤ ਵਿੱਚ ਬੈਠ ਕੇ ਛਕਦੇ ਨੇ, ਔਰ ਸਾਰੇ ਇੱਕੋ ਸਮਾਨ, ਇੱਕੋ ਜਿਹਾ ਪ੍ਰਸ਼ਾਦਾ ਛਕਦੇ ਨੇ। ਪਾਇਸ ਹੋਵੇ ਵਿੱਚ ਰਸੋਈ, ਸੀਤ ਪ੍ਰਸਾਦ ਖਾਹੇ ਸਭ ਕੋਈ। ਉੱਥੇ ਕਹਿੰਦੇ ਰਸੋਈ ਦੇ ਵਿੱਚ ਬਣਦਾ ਕੀ ਕੁਛ ਹੈ? ਖੀਰ। ਔਰ ਧੰਨ ਗੁਰੂ ਅੰਗਦ ਵੇਲੇ ਸੱਚੇ ਪਾਤਸ਼ਾਹ ਜੀ ਦੇ ਵੇਲੇ ਦੀ ਖੀਰ ਤੇ ਹੈ ਵੀ ਬੜੀ ਮਸ਼ਹੂਰ ਹੈ ਕਿ ਰਸ ਦੇ ਭਰੀ ਹੋਈ ਦੇਸੀ ਘਿਓ ਵਿੱਚ ਪਾ ਕੇ ਉਹ ਖੀਰ ਤਿਆਰ ਕਰਨੀ। ਗੁਰੂ ਸਾਹਿਬ ਨੇ ਪ੍ਰਸ਼ਾਦਾ ਛਕਣਾ, ਫਿਰ ਸਾਧ ਸੰਗਤ ਨੇ ਛਕਣਾ। ਪੁੰਨ ਜਾਲੇ ਪਾਣ ਚੁਰੀ ਕਰ ਲੇ, ਉਠੇ ਗੁਰੂ ਪੁੰਨ ਸੇਵ ਕਰੇ। ਸਤਿਗੁਰੂ ਜੀ ਫਿਰ ਜਲ ਪਾਣ ਕਰਦੇ ਨੇ, ਕੁਰਲੀ ਕਰਦੇ ਨੇ, ਹੱਥ ਧੋਂਦੇ ਨੇ। ਇਸ ਤਰ੍ਹਾਂ ਗੁਰੂ ਸਾਹਿਬ ਜੀ ਉੱਠਦੇ ਨੇ, ਔਰ ਗੁਰੂ ਸਾਹਿਬ ਦਾ ਹੁਕਮ ਸੀ ਪਰ ਰਸੋਈ ਜਿਹੜੀ ਹੈ, ਪ੍ਰਸ਼ਾਦਾ ਜਿਹੜਾ ਹੈ, ਉਹ ਕਿਸੇ ਨੇ ਅੱਡ ਨਹੀਂ ਛਕਣਾ। ਕਿਸੇ ਤਰ੍ਹਾਂ ਦਾ ਇਵੇਂ ਦਾ ਭਰਮ ਨਾ ਹੋਵੇ ਕਿ ਮੈਂ ਬ੍ਰਾਹਮਣ ਹਾਂ ਜਾਂ ਮੈਂ ਰਾਜਾ ਹਾਂ, ਮੈਂ ਅਮੀਰ ਹਾਂ, ਅੱਡ ਛਕਾਂ। ਸਭ ਨੇ ਪੰਗਤ ਦੇ ਵਿੱਚ ਛਕਣਾ ਹੈ। ਇਹ ਗੁਰੂ ਸਾਹਿਬ ਦਾ ਹੁਕਮ ਉਦੋਂ ਵੀ ਸੀ ਔਰ ਇਹ ਮਰਿਆਦਾ ਅੱਜ ਵੀ ਹੈ। ਔਰ ਖਿਮਾ ਕਰਨਾ, ਭਾਵੇਂ ਕੁਝ ਜਿਹੜੇ ਨੇ ਸੰਗਤ ਵਿੱਚ ਆ ਕੇ ਸੇਵਾ ਕਰਕੇ ਉਹ ਫਿਰ ਗੁਰੂ ਘਰ ਦੇ ਮਾਲਕ ਵੀ ਬਣ ਜਾਂਦੇ ਨੇ। ਇੱਥੋਂ ਤੱਕ ਗੁਰੂ ਸਾਹਿਬ ਦਾ ਹੁਕਮ ਹੈ ਕਿ ਪ੍ਰਸ਼ਾਦਾ ਅੱਡ ਨਹੀਂ ਛਕਣਾ। ਤੇ ਲੋਕ ਕਹਿੰਦੇ ਨੇ ਅਸੀਂ ਗਲੀ ਵਿੱਚ ਖੜੇ ਹਾਂ, ਪੈਰਾਂ ਵਿੱਚ ਜੁੱਤੀਆਂ ਪਾਈਆਂ ਨੇ, ਘਰ ਦੇ ਵਿੱਚ ਥਾਂ ਭਾਵੇਂ ਬੜੀ ਹੈ ਪਰ ਸੇਵਾਦਾਰ ਗ੍ਰੰਥੀ ਸਿੰਘ ਪ੍ਰਸ਼ਾਦ ਲੈ ਕੇ ਬਾਹਰ ਆਵੇ, ਉਹ ਸਾਨੂੰ ਬਾਹਰ ਆ ਕੇ ਪ੍ਰਸ਼ਾਦ ਦੇਵੇ। ਤੇ ਜੇ ਨਹੀਂ ਦਿੰਦਾ ਫਿਰ ਉਹਨਾਂ ਨੇ ਆ ਕੇ ਸ਼ਿਕਾਇਤ ਕਰਨੀ ਹੈ ਕਿ ਭਾਈ ਸਾਹਿਬ ਨੇ ਸਾਨੂੰ ਗਲੀ ਵਿੱਚ ਜਾ ਕੇ ਪ੍ਰਸ਼ਾਦ ਨਹੀਂ ਦਿੱਤਾ। ਨਹੀਂ ਭਾਈ, ਗੁਰੂ ਸਾਹਿਬ ਜੀ ਨੇ ਕਿਹਾ ਕਿ ਪ੍ਰਸ਼ਾਦਾ ਵੀ ਅੱਡ ਨਹੀਂ ਛਕਣਾ, ਤੇ ਤੁਸੀਂ ਪ੍ਰਸ਼ਾਦ ਵੀ ਜਿਹੜਾ ਉਹ ਬਾਹਰ ਗਲੀਆਂ ਵਿੱਚ ਮੰਗਦੇ ਹੋ, ਪੈਰਾਂ ਵਿੱਚ ਭਾਵੇਂ ਜੋੜੇ ਵੀ ਪਾਏ ਹੋ। ਇੱਕ ਗੱਲ ਤੇ ਸਮਝ ਵਿੱਚ ਆਉਂਦੀ, ਘਰ ਛੋਟਾ ਹੈ, ਥਾਂ ਨਹੀਂ, ਸੰਗਤ ਗਲੀ ਵਿੱਚ ਹੈ ਤੇ ਪ੍ਰਸ਼ਾਦ ਵੰਡਣ ਵਾਲਾ ਵੀ ਜਾਂਦਾ ਕਿ ਕੋਈ ਗੱਲ ਨਹੀਂ ਭਾਈ। ਘਰ ਖਾਲੀ ਪਿਆ ਹੋਵੇ, ਅੰਦਰ ਸਾਰੇ 20-25 ਬੰਦੇ ਬੈਠੇ ਹੋਣ ਤੇ 2-4 ਜਣੇ ਬਾਹਰ ਖੜੇ ਹੋਣ ਤੇ ਆ ਕੇ ਸ਼ਿਕਾਇਤਾਂ ਲਾਓ, ਇਹਦਾ ਮਤਲਬ ਕਿ ਅਸੀਂ ਮਾਲਕ ਬਣ ਗਏ। ਇੱਥੇ ਸਾਰੇ ਸੇਵਾਦਾਰ ਨੇ, ਪਰ ਗੁਰੂ ਸਾਹਿਬ ਨੇ ਤੇ ਕਿਰਪਾ ਕੀਤਾ, ਚਾਹੇ ਕੋਈ ਰਾਜਾ ਹੈ, ਚਾਹੇ ਕੋਈ ਰੰਕ ਹੈ, ਸਾਰਿਆਂ ਨੇ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਹੈ। ਇਹ ਨਿੱਤ ਦੀ ਕਿਰਿਆ ਗੁਰੂ ਸਾਹਿਬ ਜੀ ਇਸੇ ਤਰ੍ਹਾਂ ਕਰਦੇ ਨੇ। ਉਸ ਤੋਂ ਬਾਅਦ ਕੀ ਕਰਦੇ ਨੇ? ਗ੍ਰਾਮ ਬਾਲ ਕੇ ਲੇਹ ਬੁਲਾਏ, ਹਰਕ ਸੋਗ ਜਿਨ ਹੋਏ ਨਾ ਕਾਏ। ਇਹ ਦੁਪਹਿਰ ਤੱਕ ਲੰਗਰ ਜਿਹੜਾ ਛਕਿਆ ਜਾਂਦਾ ਹੈ। ਦੁਪਹਿਰ ਤੋਂ ਬਾਅਦ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨਗਰ ਦੇ ਪਿੰਡ ਦੇ ਜਿੰਨੇ ਬਾਲਕ ਨੇ, ਬੱਚੇ, ਉਹਨਾਂ ਸਾਰਿਆਂ ਨੂੰ ਬੁਲਾ ਲੈਂਦੇ ਨੇ। ਉਹ ਬੱਚੇ ਜਿਨ੍ਹਾਂ ਨੂੰ ਹਰਕ ਸੋਗ ਦਾ ਕੋਈ ਬਹੁਤਾ ਪਤਾ ਹੀ ਨਹੀਂ, ਆਪਣੀਆਂ ਖੇਡਾਂ ਵਿੱਚ ਜਿਹੜੇ ਮਸਤ ਨੇ। 300 ਮਿਲ ਕਰ ਖੇਲੇ ਖੇਲ, ਹੋਏ ਪ੍ਰਸੰਨ ਮਿਲੇ ਸਿਸ ਮੇਲ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਉਹਨਾਂ ਬੱਚਿਆਂ ਦੇ ਨਾਲ ਆਪ ਖੇਡਾਂ ਖੇਡਦੇ ਨੇ।
ਉਹਨਾਂ ਨੂੰ ਖੁਸ਼ ਰੱਖਦੇ ਨੇ, ਆਪ ਉਹਨਾਂ ਦੇ ਨਾਲ ਪ੍ਰਸੰਨ ਹੁੰਦੇ ਨੇ, ਔਰ ਖੇਡਾਂ ਦੇ ਵਿੱਚ ਉਹਨਾਂ ਨੂੰ ਗੁਰਮੁਖੀ ਪੜ੍ਹਾ ਦਿੰਦੇ ਨੇ। ਇਹ ਗੁਰਮੁਖੀ ਲਿਪੀ ਧੰਨ ਗੁਰੂ ਅੰਗਦ ਦੇਵ ਜੀ ਤੋਂ ਸ਼ੁਰੂ ਹੋਈ ਨਾ ਜੀ। ਬੱਚਿਆਂ ਨੂੰ ਨਾਲੇ ਖੇਡਣਾ, ਖੇਡਦੇ ਵਿੱਚ ਪੜ੍ਹਾ ਜਾਣਾ ਊੜਾ ਐੜਾ। ਔਰ ਜਿਹੜਾ ਤੀਸਰਾ ਪਹਿਰ ਹੈ ਦਿਨ ਦਾ, ਦੁਪਹਿਰ ਤੋਂ ਬਾਅਦ, ਉਹ ਗੁਰੂ ਸਾਹਿਬ ਜੀ ਇਸੇ ਤਰ੍ਹਾਂ ਕੁਝ ਬੱਚਿਆਂ ਨਾਲ ਖੇਡ ਕੇ ਸਮਾਂ ਬਤੀਤ ਕਰਦੇ ਨੇ, ਉਹਨਾਂ ਨੂੰ ਪੜ੍ਹਾ ਦਿੰਦੇ ਨੇ। ਪਹਿਰ ਤੀਸਰੋ ਏਵ ਬਤਾਵੇਂ, ਪਹਿਲਵਾਨ ਤਬ ਗੁਰੂ ਬੁਲਾਵੇਂ, ਕਿ ਇਹ ਤੀਸਰਾ ਪਹਿਰ ਇਸੇ ਤਰ੍ਹਾਂ ਬਤੀਤ ਕਰਦੇ ਨੇ ਖੇਡਾਂ ਵਿੱਚ। ਪਹਿਲੋਂ ਬੱਚਿਆਂ ਨਾਲ ਆਪ ਖੇਡਦੇ ਨੇ, ਫਿਰ ਗੁਰੂ ਸਾਹਿਬ ਜੀ ਨੌਜਵਾਨਾਂ ਨੂੰ, ਪਹਿਲਵਾਨਾਂ ਨੂੰ ਬੁਲਾਉਂਦੇ ਨੇ, ਭਈ ਆਓ ਤੁਸੀਂ ਵੀ ਖੇਡੋ, ਕੁਸ਼ਤੀਆਂ ਖੇਡੋ। ਕਿਉਂਕਿ ਜਿੱਥੇ ਭਜਨ ਬੰਦਗੀ ਜ਼ਰੂਰੀ ਹੈ, ਉੱਥੇ ਸਰੀਰ ਵੀ ਤੰਦਰੁਸਤ ਰਵੇ, ਇਹ ਵੀ ਤਾਂ ਜ਼ਰੂਰ ਹੈ ਨਾ। ਇਹ ਸਰੀਰ ਜਿਹਦਾ, ਜਿਹੜਾ ਆਤਮਾ ਦਾ ਜਿਹੜਾ ਘਰ ਹੈ, ਇਹਨੂੰ ਤੰਦਰੁਸਤ ਰੱਖਣਾ ਵੀ ਤਾਂ ਓਨਾ ਹੀ ਜ਼ਰੂਰੀ ਹੈ ਨਾ। ਮਿਲੇ ਆਏ ਬਹੁ ਪਰੇ ਅਖਾਰਾ, ਪਿਰੇ ਆਪ ਮਹਿ ਬਲ ਧਰ ਭਾਰਾ। ਪਹਿਲਵਾਨ ਆਉਂਦੇ ਨੇ, ਅਖਾੜਾ ਲੱਗਦਾ ਹੈ, ਆਪਸ ਵਿੱਚ ਭਲਵਾਨ ਫਿਰ ਕੋਲ ਕਰਦੇ ਨੇ, ਭਿੜਦੇ ਨੇ। ਕਹਿ ਤਿਨਹੂ ਪਿਰਾਵਣ ਠਾਨੇ, ਕੁਸ਼ਤੇ ਕਰਤ ਜੀਤ ਕਹੇ ਹਨ। ਫਿਰ ਗੁਰੂ ਸਾਹਿਬ ਜੀ ਨੌਜਵਾਨਾਂ ਨੂੰ ਕਹਿ ਕੇ ਕੋਲ ਕਰਾਉਂਦੇ ਨੇ ਕਿ ਰਾਮਿਆ ਤੂੰ ਵੀ ਆ ਜਾ, ਸ਼ਾਮਿਆ ਤੂੰ ਵੀ ਆ ਜਾ। ਇਸੇ ਤਰ੍ਹਾਂ ਦੇ ਨਾਂ ਹੁੰਦੇ ਸਨ। ਮਗਰਾ ਤੂੰ ਵੀ ਆ ਜਾ, ਤੂੰ ਪਿੱਛੇ ਕਿਉਂ ਖੜਾ ਹੈ, ਆਓ ਭਾਈ ਘੋਲ ਕਰੋ। ਕੋਈ ਗੱਲ ਨਹੀਂ, ਘੋਲ ਦੇ ਵਿੱਚ ਕੁਸ਼ਤੇ ਕਰਤ ਜੀਤ ਕੈ ਹਨ, ਇਹਦੇ 'ਚ ਹਾਰ ਹੋ ਜਾਏਗੀ ਜਾਂ ਜਿੱਤੋ, ਦੋ ਬੰਦਿਆਂ 'ਚੋਂ ਇੱਕ ਹੀ ਕੰਮ ਹੋਣਾ ਨਾ ਜੀ, ਇੱਕ ਜਿੱਤੇਗਾ ਇੱਕ ਹਾਰੇਗਾ। ਪਰ ਇਹ ਜਿੱਤ ਹਾਰ ਦੀ ਗੱਲ ਨਹੀਂ, ਇੱਥੇ ਖੇਡਾਂ ਖੇਡਣੀਆਂ ਨੇ, ਸਰੀਰ ਨੂੰ ਤੰਦਰੁਸਤ ਰੱਖਣਾ ਹੈ। ਜਾਮ ਦਿਵਸ ਕੇ ਰਹੇ ਬਹੋਰੀ, ਸ੍ਰੀ ਗੁਰਦੇਵ ਤਜੇ ਤਿਸ ਠੌਰੀ। ਕਹਿੰਦੇ ਤੀਜਾ ਪੈਰ ਧੰਨ ਗੁਰੂ ਅੰਗਦ ਦੇਵ ਜੀ ਰੋਜ਼ ਇਹ ਨਿਤ ਦੀ ਕਿਰਿਆ ਹੈ, ਇਸੇ ਤਰ੍ਹਾਂ ਬਤੀਤ ਕਰਦੇ ਨੇ। ਫਿਰ ਜਦੋਂ ਚੌਥਾ ਪੈਰ ਸ਼ਾਮ ਦਾ ਹੁੰਦਾ ਹੈ, ਦਿਨ ਦਾ ਚੌਥਾ ਪੈਰ ਰਹਿ ਜਾਂਦਾ ਹੈ, ਉਦੋਂ ਸਤਿਗੁਰੂ ਧੰਨ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ ਜੀ ਉਸ ਅਖਾੜੇ ਨੂੰ ਛੱਡਦੇ ਨੇ। ਸਭਾ ਬਿਕੈ ਸ਼ੁਭ ਆਸਣ ਬੈਸੇ, ਮੁਨਗੜ ਸਾਹਿਤ ਸ਼ਬ ਹੋਏ ਜੈਸੇ। ਉਧਰੋਂ ਖੇਡਾਂ ਨੂੰ ਬੰਦ ਕਰਕੇ ਫਿਰ ਸਭਾ ਲੱਗਦੀ ਹੈ, ਗੁਰੂ ਸਾਹਿਬ ਦਾ ਦੀਵਾਨ ਲੱਗਦਾ ਹੈ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੀਵਾਨ ਦੇ ਵਿੱਚ ਬੈਠਦੇ ਨੇ। ਔਰ ਇੱਥੇ ਉਦਾਹਰਨ ਦਿੱਤੀ ਕਵੀ ਰਾਜ ਨੇ ਕਿ ਗੁਰੂ ਸਾਹਿਬ ਜੀ ਇਵੇਂ ਸ਼ੋਭਦੇ ਨੇ ਕਿ ਜਿਵੇਂ ਕਦੇ ਮੁਨੀਆਂ ਦੇ ਵਿੱਚ ਬੈਠੇ ਹੋਏ ਸ਼ਿਵ ਜੀ ਸ਼ੋਭਦੇ ਹੁੰਦੇ ਸਨ। ਚਹੁੰ ਦਿਸ ਪਰਵਾਰਤ ਸਿਖਿਆਏ, ਰੁਚਰ ਰਵਾਬੇ ਰਾਗਣ ਗਾਏ। ਫਿਰ ਸ਼ਾਮ ਦੇ ਸਮੇਂ ਵੀ ਇਸੇ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਜੀ ਦੇ ਚਾਰ ਚੁਫੇਰੇ ਸਿੱਖ ਆ ਕੇ ਬੈਠਦੇ ਨੇ, ਪਰਿਵਾਰਾਂ ਸਮੇਤ ਬੱਚੇ ਬਜ਼ੁਰਗ ਆ ਕੇ ਬੈਠਦੇ ਨੇ। ਔਰ ਰਵਾਬੇ ਸਿੰਘ ਫਿਰ ਬੜੇ ਸੋਹਣੇ ਰਾਗਾਂ ਦੇ ਵਿੱਚ, ਬੜੀ ਸੁਰੀਲੀ ਆਵਾਜ਼ ਦੇ ਵਿੱਚ ਸ਼ਬਦਾਂ ਦਾ ਕੀਰਤਨ ਕਰਦੇ ਨੇ, ਗਾਇਨ ਕਰਦੇ ਨੇ। ਸਕਲ ਪ੍ਰੇਮ ਕਰ ਸੁਣੇ ਸੋ ਦਾਸ, ਜਿਨ ਕੇ ਬ੍ਰਿੰਦ ਵਿਕਾਰ ਵਿਨਾਸ਼। ਸਾਰੇ ਸਿੱਖ, ਸਾਰੇ ਸੇਵਕ ਧੰਨ ਗੁਰੂ ਅੰਗਦ ਦੇਵ ਜੀ ਆਪ ਬੜੇ ਪ੍ਰੇਮ ਦੇ ਨਾਲ ਕੀਰਤਨ ਸੁਣਦੇ ਨੇ। ਤੇ ਜਿਸ ਕੀਰਤਨ ਦੇ ਸੁਣਨ ਨਾਲ ਅੰਦਰੋਂ ਵਿਕਾਰਾਂ ਦਾ ਨਾਸ਼ ਹੁੰਦਾ ਹੈ। ਸੰਧਿਆ ਸਮੇਂ ਸੋ ਹੋਏ ਇਕੰਤ, ਨਿਜ ਸਰੂਪ ਮਹਿ ਲੈ ਭਗਵੰਤ। ਜਦੋਂ ਸੂਰਜ ਡੁੱਬ ਜਾਂਦਾ ਹੈ ਸ਼ਾਮ ਦੇ ਸਮੇਂ, ਦੀਵਾਨ ਦੀ ਸਮਾਪਤੀ ਤੋਂ ਬਾਅਦ ਗੁਰੂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਉਹ ਫਿਰ ਇਕਾਂਤ ਵਿੱਚ ਹੁੰਦੇ ਨੇ, ਆਪਣੇ ਨਿਜ ਸਰੂਪ ਦੇ ਵਿੱਚ ਫਿਰ ਟਿਕਦੇ ਨੇ। ਉਧਰੋਂ ਸਵੇਰੇ ਤੇ ਉਧਰੋਂ ਸ਼ਾਮੀ ਦੋਵੇਂ ਵਕਤ ਬੈਠੇ ਇਕਾਂਕੀ ਇੱਕ ਜਾਮ, ਪੁੰਨ ਪ੍ਰਿਅੰਕ ਪਰ ਕਰੇ ਆਰਾਮ। ਇੱਕ ਪੈਰ ਤਕਰੀਬਨ 3 ਘੰਟੇ। ਇਹ ਕਹਿ ਲਈਏ ਕਿ ਰਾਤ ਦਾ ਜਿਹੜਾ ਪਹਿਲਾ ਪੈਰ ਹੈ ਉਹ ਗੁਰੂ ਸਾਹਿਬ ਦੀ ਇਕਾਂਤ ਵਿੱਚ ਬੈਠ ਕੇ ਚੌਂਕੜੇ ਵਿੱਚ ਬਤੀਤ ਕਰਦੇ ਨੇ, ਫਿਰ ਪਲੰਗ 'ਤੇ ਪੈ ਕੇ ਆਰਾਮ ਕਰਦੇ ਨੇ। ਇਸ ਪ੍ਰਕਾਰ ਨਿਸ ਦਿਵਸ ਬਿਤਾਵੇਂ,
ਸਿੱਖਿਅਣ ਤੇ ਸਤਨਾਮ ਜਪਾਵੈ। ਇਸ ਤਰ੍ਹਾਂ ਨਿਤ ਦੀ ਕਿਰਿਆ ਗੁਰੂ ਸਾਹਿਬ ਜੀ ਦਿਨ ਰਾਤ ਇਸੇ ਤਰ੍ਹਾਂ ਬਤੀਤ ਕਰਦੇ ਨੇ। ਹਰ ਰੋਜ਼ ਦਾ ਇਸੇ ਤਰ੍ਹਾਂ ਦਾ ਕਰਮ ਹੈ ਕਿ ਗੁਰੂ ਸਾਹਿਬ ਜੀ ਸਿੱਖਾਂ ਤੋਂ ਸਤਨਾਮ ਵਾਹਿਗੁਰੂ ਦਾ ਜਾਪ ਜਪਾਉਂਦੇ ਨੇ। ਆਪਨ ਟਿਕ ਮਾਇਆ ਵਿਵਹਾਰ, ਜ਼ਿਕਰ ਨਾ ਹੋਣ ਦੇਹ ਕਿਸ ਵਾਰ। ਕਈ ਵਾਰੀ ਸੇਵਕ ਆ ਕੇ ਕੁਝ ਮਾਇਆ ਦਾ ਜ਼ਿਕਰ ਕਰਦੇ ਨੇ। ਲੰਗਰ ਚਲਾਉਣਾ ਹੈ, ਮਾਇਆ ਵੱਧ ਹੈ ਘੱਟ ਹੈ, ਗੁਰੂ ਸਾਹਿਬ ਜੀ ਆਪਣੇ ਕੋਲ ਇਹ ਮਾਇਆ ਦੇ ਰੁਪਈਏ ਪੈਸੇ ਦੀ ਗੱਲ ਚੱਲਣ ਨਹੀਂ ਦਿੰਦੇ, ਹੋਣ ਹੀ ਨਹੀਂ ਦਿੰਦੇ। ਭਾਈ ਜਿਵੇਂ ਚੱਲਦਾ ਉਵੇਂ ਚਲਾਓ। ਹਰਕ ਸੋਗ ਜੇਤਕ ਬਿਦ ਨਾਨਾ, ਇਨ ਕੋ ਸਿੱਖਿਆ ਨਾ ਕਰੇ ਬਖਾਨਾ। ਕਹਿੰਦੇ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਦੇ ਅੰਦਰ ਨਾ ਦੁੱਖ ਨਾ ਸੁੱਖ ਨਾ ਖੁਸ਼ੀ ਨਾ ਕਮੀ, ਸਿੱਖਾਂ ਨੂੰ ਇਸੇ ਤਰ੍ਹਾਂ ਦਾ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਨੇ, ਇਸੇ ਬਾਰੇ ਦੱਸਦੇ ਨੇ। ਇੱਕ ਰਸ ਬ੍ਰਿਤ ਸਮਾਨ ਜਿਨ ਕੇਰੀ, ਰਾਗ ਨ ਦਵੈਸ਼ ਮ੍ਰਿਤ ਨਹਿ ਬੈਰੀ। ਕਿ ਜਿਹੜੇ ਗੁਰੂ ਸਾਹਿਬ ਦੀ ਆਪ ਬਿਰਤੀ ਇੱਕ ਰਸ ਹੈ, ਕਿਸੇ ਨਾਲ ਪ੍ਰੇਮ ਨਹੀਂ, ਕਿਸੇ ਨਾਲ ਵੈਰ ਨਹੀਂ, ਕਿਸੇ ਨਾਲ ਈਰਖਾ ਨਹੀਂ, ਕਿਸੇ ਨਾਲ ਕੋਈ ਦਵੈਸ਼ ਨਹੀਂ। ਸਦਾ ਆਨੰਦ ਪ੍ਰੇਮ ਰਸ ਪਾਗੇ, ਸ੍ਰੀ ਨਾਨਕ ਜਸ ਸੋ ਨਿਤ ਲਾਗੇ। ਬਸ ਸਦਾ ਪ੍ਰੇਮ ਰਸ ਦੇ ਵਿੱਚ ਰਹਿੰਦੇ ਨੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜਸ ਨੂੰ ਹਰ ਵੇਲੇ ਲੋਚਦੇ ਨੇ, ਕੋਈ ਨਾ ਕੋਈ ਸੁਣਾਉਂਦਾ ਰਹੇ, ਉਹਨਾਂ ਦੇ ਜਸ ਵਿੱਚ ਲੱਗੇ ਰਹਿੰਦੇ ਨੇ। ਗੋਰਖ ਆਦ ਸਿੱਧ ਬੜ ਪੂਰੇ, ਇੱਕ ਦਿਨ ਕਰ ਵਿਚਾਰ ਸਭ ਰੂਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਗੋਰਖ ਨਾਥ ਅਤੇ ਹੋਰ ਜਿਹੜੇ ਉਹਦੇ ਨਾਲ ਸਿੱਧ ਸਨ, ਮਸ਼ਿੰਦਰ ਨਾਥ, ਭੰਗਰ ਨਾਥ ਵਰਗੇ, ਉਹਨਾਂ ਨੇ ਆਪਸ ਵਿੱਚ ਵਿਚਾਰ ਕੀਤੀ। ਸ਼੍ਰੀ ਨਾਨਕ ਗਾਦੇ ਪਰ ਜਾਉਣ, ਕੈਸੋ ਹੈ ਬਲੋਕੈ ਤੌਣ। ਕਹਿੰਦੇ ਭਾਈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਹ ਤੇ ਜਗਤ ਗੁਰੂ ਸਨ। ਉਹਨਾਂ ਨੂੰ ਤੇ ਸਾਰਿਆਂ ਨੇ ਕਹਿ ਦਿੱਤਾ ਸੀ ਕਿ ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹਨਾਂ ਦੇ ਥਾਂ ਤੇ ਜਿਹੜੇ ਹੁਣ ਗੁਰਤਾ ਗੱਦੀ ਤੇ ਬੈਠੇ ਨੇ ਭਾਈ, ਉਹ ਕੌਣ ਨੇ, ਕਿਸ ਤਰ੍ਹਾਂ ਦੇ ਨੇ, ਉਹਨਾਂ ਦੇ ਜਾ ਕੇ ਦਰਸ਼ਨ ਤੇ ਕਰੀਏ। ਆਪ ਸੋ ਹੁਤੇ ਮਹਿਦ ਮਹਿਆਨ, ਕਰ ਦਿਗ ਬਿਜੈ ਪੁਜੇ ਸਭ ਥਾਨ। ਕਿ ਧੰਨ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦੇ ਆਪ ਤੇ ਵੱਡੇ ਸਨ, ਵੱਡਿਆਂ ਤੋਂ ਵੀ ਵੱਡੇ ਸਨ। ਸਾਰੇ ਪਾਸੇ ਉਹਨਾਂ ਨੇ ਦਿਗ ਵਿਜੈ ਪ੍ਰਾਪਤ ਕੀਤੀ ਸੀ, ਜਿੱਥੇ ਵੀ ਗਏ ਉੱਥੇ ਜਿੱਤ ਕੇ ਆਏ। ਪੀਰ ਨ ਮੇਰ ਅਰਿਓ ਨਹਿ ਆਗੇ, ਹਾਰ ਸਰਬ ਚਰਣੀ ਤਿਨ ਲਾਗੇ। ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਕੋਈ ਪੀਰ, ਕੋਈ ਅਮੀਰ, ਕੋਈ ਵਜ਼ੀਰ, ਕੋਈ ਫਕੀਰ, ਕੋਈ ਅੜੇ ਨਹੀਂ, ਨਾ ਕੋਈ ਸਿੱਧ ਨਾ ਕੋਈ ਜੋਗੀ ਅੜਿਆ। ਸਾਰੇ ਹਾਰ ਕੇ ਗੁਰੂ ਸਾਹਿਬ ਦੇ ਚਰਣੀ ਲੱਗੇ ਸਨ। ਇਮ ਵਿਚਾਰ ਸਭ ਹੀ ਚਲੇ ਆਏ, ਸਤਿਗੁਰ ਕੋ ਨਿਜ ਦਰਸ ਦਿਖਾਏ। ਕਹਿੰਦੇ ਇਸ ਤਰ੍ਹਾਂ ਦੇ ਵਿਚਾਰ ਕਰਕੇ ਸਾਰੇ ਯੋਗੀ ਆ ਗਏ ਸਤਿਗੁਰੂ ਦੇ ਸਾਹਮਣੇ ਖੜੇ ਹੋਏ, ਗੁਰੂ ਸਾਹਿਬ ਦੇ ਦਰਸ਼ਨ ਕੀਤੇ। ਗੋਰਖ ਭਰਥਰ ਚਰਪਟ ਸਾਥ, ਗੋਪੇ ਚੰਦ ਸੋ ਈਸਰ ਨਾਥ। ਇਹ ਉਹਨਾਂ ਨਾਥਾਂ ਜੋਗੀਆਂ ਦੇ ਸਿੱਧਾਂ ਦੇ ਨਾਂ ਨੇ। ਗੋਰਖਨਾਥ ਦੇ ਨਾਲ ਭਰਥਰ ਸੀ, ਭਰਥਰੀ ਜੋਗੀ, ਚਰਪਟ ਸੀ, ਗੋਪੀ ਚੰਦ ਸੀ, ਈਸਰਨਾਥ ਸੀ। ਆਏ ਸਤਿਗੁਰ ਲੈਣ ਪ੍ਰਤੱਗਿਆ, ਪਾਏ ਪ੍ਰਤੀਤ ਭਰਮ ਉਰ ਭੱਗਿਆ। ਅਸਲ ਵਿੱਚ ਉਹ ਗੁਰੂ ਸਾਹਿਬ ਦੇ ਪ੍ਰੀਖੇ ਲੈਣ ਆਏ ਸਨ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਜੈਸੇ ਸਨ, ਇਹਨਾਂ ਵਿੱਚ ਗੁਰਤਾ ਗੱਦੀ ਵਾਲੇ ਉਹ ਗੁਣ ਹੈ ਨਾ, ਵੇਖਣੇ ਚਾਹੁੰਦੇ ਸਨ। ਔਰ ਗੁਰੂ ਸਾਹਿਬ ਦੀ ਪ੍ਰੀਖਿਆ ਇਹ ਕਹਿ ਲਈਏ ਕਿਤੇ ਜਾਣੇ ਅਣਜਾਣੇ ਅਗਿਆਨਤਾ ਦੇ ਵਿੱਚ ਅਸੀਂ ਵੀ ਲੈ ਹੀ ਲੈਂਦੇ ਹਾਂ। ਇਹ ਜਿਹੜੀ ਸੁੱਖਾਂ ਸੁੱਖਣੇ ਹਨ, ਭਾਵੇਂ ਇਹਨੂੰ ਆਪਾਂ ਨਾਂ ਦੇਈਏ ਅਰਦਾਸ ਦਾ, ਇਹ ਗੁਰੂ ਦੇ ਪ੍ਰੀਖੇ ਲੈਣਾ ਹੈ ਕਿ ਇਹ ਕੰਮ ਕਰੋਗੇ ਤੇ ਤਾਂ ਅਖੰਡ ਪਾਠ ਸਾਹਿਬ ਕਰਾਵਾਂਗੇ। ਪਾਵਰ ਤੇ ਨਾ ਤੁਸੀਂ ਕਰ ਸਕਦੇ ਹੋ ਕਿ ਨਹੀਂ।
नहीं भाई गुरु अगे अरदास ही करनी बनती है। ये सुखना नहीं, ये शर्तां नहीं, ये परखण करना चाहते ने आके दर्शन किते। श्री अंगद सिंहासन बैसे आए कही आदेश आदेशे। उस वेले धन गुरु अंगद देव सच्चे पातशाह जी सिंहासन ते बैठे सन। इन्हां सिद्धां ने आके सारे ने आदेश आदेश किया है। तिनके मन के सब गुरु जानी सादुर मदर भाग कर बानी। क्योंकि सतगुरु जी दे अंतरजामी ने, उन्हां दे अंदर दे सारी गल नूं जाणगे। धन गुरु अंगद देव जी ने बड़े आदर दे नाल सत्कार दे नाल मिठे बोल बोल के उन्होंने कोल बिठाया, सत्कार किया, जी आया किया। बैठा रे आसन सुभ दए गोरख याद प्रसन्न मन भए। कहते बिठाया शुभ आसन तो भाव है कि बड़े सन्मान दे नाल सत्कार दिता। गोरख आदि जिन्ने सिद्ध सन बड़े प्रसन्न हुए। कहे अष्टांग जोग महात्म बिना जोग नह निर्मल आत्म। तो उवें दे सवाल इन्होंने गुरु साहब जी कोल कीते जिवें धन गुरु नानक साहब जी कोल करते सन। ये गोरखनाथ कहन लगा कि अष्टांग ये जोग का सब तो वड्डा महात्म फल है। जोग तो बगैर आत्मा जी वो निर्मल नहीं हो सकती, अंदर निर्मल नहीं हो सकता। प्रथम सकल जे भय महाना कर कर जोग सो पायो ज्ञाना। ये गोरखनाथ कहता कि साढ़े तो पहला जिन्हें भी महान पुरुष हुए ने उन्होंने जोग कर करके ही ज्ञान प्राप्त किया है। जोग तो बिना ज्ञान प्राप्त होता ही नहीं। तुम कल युग में है पे अवतार गुरता गादे बैठ उधार। हे सतगुरु जी तुसीं कलयुग दे अवतार हो। धन गुरु नानक देव सच्चे पातशाह जी उस महान गुरता गद्दी ते विराजमान हो बैठे हुए हो। जोग जुगत न है पंथ तुम्हारे किस प्रकार सिख करो उधारे। पर सतगुरु जी तुहाडे पंथ दे विच ते जोग दा जोग दे जिहड़ी जुगती नहीं, तुहाडे पंथ विच ते जोग वरते नहीं जाता, जोग नूं मनदे नहीं कह लईए। ते तुसीं अपने सिखां दा फिर उधार किस तरीके नाल करोगे। बिना जोग सिद्ध हाथ न आवत बिना जोग विज्ञान न पावत। सतगुरु जी जोग तो बिना सिद्धि हथ नहीं आउंदी ते सिद्धि तो बिना जोग दा जिहड़ा ज्ञान हो पूरा प्राप्त नहीं होता। ज्ञानी संत अनक जग भए जोग साध सो परम पद लए। ये गोरखनाथ कहता कि संसार दे विच बड़े बड़े ज्ञानी हुए ने, बड़ी बड़ी साधना उन्होंने की, मुक्ति का फल भी प्राप्त किया, पर वो जोग साधना करके किया। सुन श्री अंगत आशय ताही कहन लगे अब समा सुना ही। जदों उन्होंने अपना आशा भाव के अपनी जिहड़ी मत सी जिहड़ी उन्होंने सोच सी वो दसी कि जोग तो बिना अंदर शुद्ध नहीं, तो जदों तक अंदर शुद्ध न होवे ज्ञान नहीं टिकता। गुरु साहब जी कहन लगे भाई हुण वो समा नहीं, चलो ठीक है तुसीं जो कुछ किया जिवें तपस्या की ठीक है, पर हुण वो समा नहीं। भगत जोग है मतो हमारा सिद्धा सरब रहन दरबारा। सतगुरु जी कहते ने साडा भगती योग है, हठ योग नहीं असीं करते, भगती योग है। साडे मत प्यार का योग है। और योग एक तो इस जोगियां वाला जिहड़ा पहरावा है योग करना, पर योग का आखिरी अर्थ जिहड़ा मिलाप होता है, रब दे नाल भी योग करना है। तो उन्होंने ये कि जोगियां वाली जुगत के नाल योग होंदा है। पर धन गुरु अंगद देव जी कहते नहीं भी साडे च भगती योग है, भगती नाल मिलाप है, प्रेम नाल मिलाप है। सिद्धा सरब रहें दरबारा। तो जिहड़ी तुसीं कहंदे हो कि योग तो बिना सिद्धियां नहीं मिलदियां,
सतगुरु कहते हैं ये सिद्धियां तो साढ़े दरबार में ही रहिंदियां ने, ये तो चरणों च रहिंदियां ने, ये साढ़े सिखां दे भी चरणों च रहिंदियां ने। और धन गुरु अंगद देव जी ने तो पावन बचन भी कहे ने कि नव नित्य 18 सिद्धि पिछे लगियां फिरे, तो कल्ले गुरु दे नहीं, कहते जो हर चरनी चित लाए। ਜਿਹੜੇ जपण वाले सिख ने उन्होंने भी पिछे भजियां फिरदियां ने, भाई ये तो साढ़े दरबार में रहिंदियां ने। आत्म ज्ञान भगत ही देत, भगत करत सब ही सुख लेत। ते जेड़ा तुसी आत्म ज्ञान कहते हो ना, सिद्धि तो बिना ਜਾਂ जोग तो बिना नहीं मिलता, ये भगती ही असल में ज्ञान दिंदी है। भगती करके सुख प्राप्त होता है। नाम आश्रय जोग तुम्हारा, सो सतनाम हमू को प्यारा। सतगुरु जी कहते हैं भाई तुहाडा जोग वो है तो नाम ते आसरे ना, तो वही सच्चा नाम जिहड़ा सानू सच्चा नाम प्यारा लगता है। जिहड़ा जोग भी तुसीं करदे जोग नाम तो बिना तो नहीं ना, तुसीं नाम दे आसरे ते वो जोग है, तो उस जोग दे आसरे तुसीं असीं सीधा ही नाम नाल जुड़ गए हैं। तन साधन हित जोग कमावो, पुन मन जीतो नेठ टिकावो। तुसीं तन नूं साधन वास्ते जोग कमाउंदे हो ना, और सतगुरु जी तन नूं साधन वास्ते घूल कराउंदे ने, तन तंदुरुस्त रहे। मन नूं साधन वास्ते नाम जपाउंदे ने। फिर सतगुरु जी कहते हैं बड़ी मुश्किल नाल जे किते तुसीं मन नूं टिकाउंदे हो तो किन्ना कुछ टिकदा है। आए तो हुण भी हुमे दे विच ही ने ना, परखी करना इन्हें। सिद्ध आए तब ठंडे होए, 300 परचो तुमरो जोए। सतगुरु जी कहते हैं सिद्धियां जदों आउंदियां ने, सिद्धियां जदों प्राप्त होंदियां ने, मन तुहाडा उदों टिकदा है ना। उस नाल तुहाडा मन जिहड़ा उदों भलवान हो जांदा, टिक जांदा है। पर ये सिद्धियां तो साडे कोल हर वेले ही ने। बैस बधावण आदक राचे, जग दिखराए मान को जाचे। तुहाडे कोल सिद्धियां आ गईयां ते तुसीं किन्ना को मन टिकाया। इन्हां रिद्धियां सिद्धियां नाल तुसीं तो उमरां वधाउण च लग गए कि इत्थे आके दस दो कोई 250 साल का, कोई 500 साल का है। आखिर एक दिन तो शरीर ने खत्म होना ही है। ये रिद्धियां सिद्धियां नाल तुसीं अपनी उमरां वधाउण लग गए, तो इस करके कि लोकां नूं विखाईए, साडी मानता होवे। याते रहो अनात्म माही, ब्रह्मात्म को जानो नाही। इस करके सतगुरु कहते ने भाई नहीं, ये जो ब्रह्म है ना, ब्रह्म आत्मा ही है। इस ब्रह्म नूं तुसीं जाणदे ही नहीं। जिन्हों गुरु साहब जी कहते हैं मन तू जोत स्वरूप है, अपना मूल पछाण। ये तुसीं अपना मूल पछाणे ही नहीं, तुसीं है कौन जी। जोग जुगत ते शुषे रहे, आत्म को रस नाहिण लहे। असल में धन गुरु अंगद देव सच्चे पातशाह कहते हैं जोगीओ तुसीं जोग वाली जुगत तो खाली रह गए। जोग की जुगती तो तुहानूं आई नहीं, आत्म रस नूं तो तुसीं प्राप्त किया ही नहीं। जिम श्री नानक जोग बखाना, सो हम करे सुनो तुम काना। धन गुरु अंगद देव सच्चे पातशाह कहते भाई असीं जोग नूं कमाउने आ, पर उस जोग नूं कमाउने जिहड़ा धन गुरु नानक साहिब जी सानूं सारिआं नूं दस के गए ने। वो की दस के गए ने? धन गुरु नानक देव सच्चे पातशाह जी दा पावन बचन शब्द जिहड़ा जोगन अखिंता जोगन डंडा जोगन भस्म चढ़ाइए, ये गुरु अंगद देव जी फिर उन्हां सिद्धां नूं ये सारा जिहड़ा शब्द सुणाउंदे ने, इहदे अर्थ दसदे ने कि जोग असीं किवें कमाउणा ते तुसीं किहड़े ढंग नाल कमा रहे हो। जिवें गुरु साहब जी किरपा करनगे कल विचारांगे। होईयां पुरनां दी खिमा। आओ 1-2 मिनट होर रसना दे नाल हाजरी लवाइए, फिर समाप्ति है जी। वाहेगुरु 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 वाहेगुरु।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।